वाहिगुरु जी का खालसा वाहिगुरु जी की फतेह। राग गौड़ी भगतां की बाणी, एक ओंकार सतनाम करता पुरख गुर प्रसाद। गौड़ी गुआरे री श्री कबीर जियो के चौपदे, अब मोहे जलत राम जल पाया, राम उदक तन जलत बुझाया रहाओ। मन मारण कारण बन जाइए, सो जल बिन भगवंत न पाइए। जेह पावक सुर नर है जारे, राम उदक जन जलत उबारे। भव सागर सुख सागर माही, पीव रहे जल निखुटत नाही। कह कबीर भज सारंग पानी, राम उदक मेरी तिखा बुझानी। कह कबीर भज सारंग पानी, राम उदक मेरी तिखा बुझानी। गुरु ग्रंथ ਸਾਹਿਬ जी ਦੇ 323 अंक ਦੇ ਉੱਪਰ ਇਹ ਕਬੀਰ ਜੀ ਦੇ ਦੁਆਰਾ ਉਚਾਰਨ ਕੀਤਾ ਸ਼ਬਦ ਹੈ। ਆਓ ਇਸ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਰਾਗ ਗੌੜੀ ਭਗਤਾਂ ਕੀ ਬਾਣੀ, ਇਹ ਭਗਤਾਂ ਦੀ ਬਾਣੀ ਇੱਥੋਂ ਸ਼ੁਰੂ ਹੁੰਦੀ ਹੈ। ਗੌੜੀ ਰਾਗ ਦੇ ਵਿੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ ਮੰਗਲਾਚਰਨ ਹੈ ਜਾਂ ਇਹਨੂੰ ਮੂਲ ਮੰਤਰ ਵੀ ਕਹਿ ਲਈਏ, ਮੁੱਢਲਾ ਸਿਧਾਂਤ ਕਹਿ ਲਈਏ। ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਸਾਹਿਬ ਨੇ ਜਿੱਥੇ ਜਿੱਥੇ ਵੀ ਨਵੇਂ ਰਾਗ ਆਰੰਭ ਹੁੰਦੇ ਆ ਜਾਂ ਭਗਤਾਂ ਦੀ ਬਾਣੀ ਆਰੰਭ ਹੁੰਦੀ ਆ ਜਾਂ ਕਿਸੇ ਸ਼ਬਦ ਦੇ ਆਰੰਭ ਦੇ ਵਿੱਚ ਹੀ ਇਹ ਮੰਗਲ, ਇਹ ਮੂਲ ਮੰਤਰ ਉਚਾਰਨ ਕੀਤਾ ਹੈ। ਇਹਦਾ ਅਸਲ ਮਕਸਦ ਹੈ ਕਿ ਗੁਰਮਤਿ ਦਾ ਅਸਲੀ ਜਿਹੜਾ ਸਿਧਾਂਤ ਹੈ, ਗੁਰਮਤਿ ਦਾ ਜੋ ਨਜ਼ਰੀਆ ਹੈ, ਸ਼ਬਦ ਤੋਂ ਪਹਿਲਾਂ ਉਹ ਦੱਸ ਦਿੱਤਾ ਜਾਂਦਾ ਹੈ। ਕਿਉਂਕਿ ਅੱਗੇ ਸ਼ਬਦਾਂ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਾਂ, ਉਦਾਹਰਨਾਂ ਆਉਂਦੀਆਂ। ਉਸ ਤੋਂ ਪਹਿਲਾਂ ਹਰ ਇੱਕ ਸਿੱਖ ਨੂੰ ਸ਼ਬਦ ਪੜ੍ਹਨ ਤੋਂ ਪਹਿਲਾਂ ਇਹ ਨਜ਼ਰੀਆ ਰਹੇ, ਇਹ ਜੋ ਮੰਗਲਾਚਰਨ ਦੇ ਵਿੱਚ, ਇਹ ਮੂਲ ਮੰਤਰ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਨਜ਼ਰੀਆ ਰਹੇ ਕਿ ਅਸੀਂ ਜਿਹਦੀ ਗੱਲ ਕਰ ਰਹੇ ਹਾਂ ਉਹ ਕਿੱਦਾਂ ਦਾ ਹੈ, ਕਿਹਦੀ ਗੱਲ ਕਰ ਰਹੇ ਹਾਂ, ਕਿਸ ਨੂੰ ਅਸੀਂ ਸਿਰਮੌਰ ਮੰਨ ਰਹੇ ਹਾਂ। ਜੇ ਕਿਤੇ ਰੱਬ ਦੀ, ਪਰਮਾਤਮਾ ਦੀ, ਪ੍ਰਭੂ ਦੀ, ਰਾਮ ਦੀ ਗੱਲ ਆ ਰਹੀ ਹੈ ਤਾਂ ਉਹ ਕਿਸ ਦੀ ਗੱਲ ਆ ਰਹੀ ਹੈ, ਉਹਦਾ ਸਵਰੂਪ ਜਾਂ ਉਹਦੇ ਗੁਣਾਂ ਦੀ ਗੱਲ ਇੱਦਾਂ ਵਿਆਖਿਆ ਕੀਤੀ ਹੈ ਗੁਰੂ ਸਾਹਿਬ ਨੇ ਮੰਗਲ ਦੇ ਵਿੱਚ। ਹੁਣ ਇਸ ਦੇ 4 ਰੂਪ ਹੈ। ਸਭ ਤੋਂ ਵੱਡਾ ਰੂਪ ਜਿਹੜਾ ਉਹ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੂਰਾ ਹੈ। ਉਸ ਤੋਂ ਬਾਅਦ 3 ਹੋਰ ਇਹ ਤੋਂ ਸੰਖੇਪ ਰੂਪ ਲਿਖੇ ਗਏ ਆ। ਦੂਸਰੇ ਨੰਬਰ 'ਤੇ ਇਹ ਜੋ ਆਪਾਂ ਹੁਣੇ ਉਚਾਰਨ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਤੀਸਰਾ ਜਿਹੜਾ ਹੈ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ, ਅਤੇ ਫਿਰ ਸਭ ਤੋਂ ਛੋਟਾ ਸਰੂਪ ਇੱਕ ਓੰਕਾਰ ਸਤ ਗੁਰਪ੍ਰਸਾਦ। ਇਸ ਤਰ੍ਹਾਂ ਜਿਹੜਾ ਸਤ ਤੇ ਨਾਮ ਹੈ ਇਹ ਵੱਖਰਾ ਵੱਖਰਾ ਹੈ। ਇਹਦੀ ਆਪਾਂ ਫਿਰ ਵੀ ਵਿਚਾਰ ਕਰਾਂਗੇ ਕਦੇ ਕਿਵੇਂ ਵੱਖਰਾ ਵੱਖਰਾ ਹੈ। ਇੱਕ ਓੰਕਾਰ ਸਤ ਨਾਮ। ਹੁਣ ਓੰਕਾਰ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ। ਆਪਾਂ ਇਹਨੂੰ ਪ੍ਰਚਲਿਤ ਜਿਹੜੀ ਅੱਜ ਲੈਂਗੁਏਜ ਹੈ ਜਾਂ ਜਿਵੇਂ ਉਚਾਰਨ ਕਰਦੇ ਹਾਂ ਤਾਂ ਆਪਾਂ ਇੱਕ ਓੰਕਾਰ ਪੜ੍ਹਦੇ ਹਾਂ। ਅਸਲ ਦੇ ਵਿੱਚ ਕਿਸੇ ਸ਼ਬਦ ਨੂੰ ਕਿਵੇਂ ਪੜ੍ਹਨਾ ਹੈ ਇਹਦੇ ਨਾਲ ਇੰਨਾ ਮਤਲਬ ਨਹੀਂ ਬਣਦਾ, ਅਸੀਂ ਉਹਨੂੰ ਸਮਝਣਾ ਕਿਵੇਂ ਹੈ, ਅਸਲੀ ਗੱਲ ਸਾਡੀ ਉਹ ਹੈ। ਬਹੁਤ ਸਾਰੀਆਂ ਗੁਰਬਾਣੀ ਦੇ ਵਿੱਚ ਐਸੀਆਂ ਐਗਜ਼ਾਮਪਲਾਂ ਆਉਂਦੀਆਂ ਜਿਨ੍ਹਾਂ ਦੇ ਵਿੱਚ ਛੋਟੀ ਛੋਟੀ ਗੱਲ ਤੋਂ ਕਈ ਵਾਰ ਬਹਿਸ ਦਾ ਮੁੱਦਾ ਬਣਦੀ ਹੈ। ਸੋ ਅਸਲ ਵਿੱਚ ਗੱਲ ਬਹਿਸ ਦੀ ਲੋੜ ਨਹੀਂ ਹੈ, ਗੱਲ ਹੈ ਨੁਕਤੇ ਨੂੰ ਸਮਝਣ ਦੀ। ਇੱਕ ਓੰਕਾਰ ਦੀ ਗੱਲ ਆਪਾਂ ਪਹਿਲਾਂ ਵੀ, ਜਿਹੜਾ ਪਹਿਲਾ ਸ਼ਬਦ ਸੀ ਕਬੀਰ ਜੀ ਦਾ ਸ੍ਰੀ ਰਾਗ ਦੇ ਵਿੱਚ, ਉਹਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ। ਇੱਥੇ ਫਿਰ ਦੁਬਾਰਾ ਦੇਵਾਂ, ਇੱਕ ਓ, ਇੱਥੇ ਕਾਰ ਜਿਹੜਾ ਹੈ ਉਹਨੂੰ ਓੰਕਾਰ ਜਿਹੜਾ ਪੜ੍ਹਦੇ ਹਾਂ, ਇਹ ਵੇਦਾਂ ਦੀ ਰੀਤੀ, ਸ਼ਾਸਤਰਾਂ ਦੀ ਰੀਤੀ ਅਨੁਸਾਰ ਜਾਂ ਬ੍ਰਾਹਮਣੀ ਨੀਤੀ ਦੇ ਅਨੁਸਾਰ ਹੀ ਓੰਕਾਰ ਇਹਨੂੰ ਉਚਾਰਨ ਲੱਗੇ ਆ। ਵੈਸੇ ਇਹਦਾ ਉਚਾਰਨ ਹੈ ਇੱਕ ਓ, ਤੇ ਹੌਲੀ ਹੌਲੀ ਜਿਵੇਂ ਸਮਾਂ ਪਏਗਾ ਆਪਾਂ ਇਹਨੂੰ ਹੋਰ ਸਮਝਣ ਦਾ ਯਤਨ ਕਰਾਂਗੇ। ਇੱਕੋ ਇੱਕੋ ਓ, ਇੱਕੋ ਹੀ ਗੱਲ, ਕਿਉਂਕਿ ਰੱਬ ਦੇ ਵੱਖਰੇ ਵੱਖਰੇ ਰੂਪ, ਵੱਖਰੇ ਵੱਖਰੇ ਰੰਗ ਦੱਸੇ ਹੋਏ ਸੀ। ਕਿਸੇ ਨੇ
ਸੱਤਵੇਂ ਅਸਮਾਨ ਤੇ ਕਹਿ ਦਿੱਤਾ, ਕਿਸੇ ਨੇ ਦੱਖਣ ਕਹਿ ਦਿੱਤਾ, ਕਿਸੇ ਨੇ ਪੱਛਮ ਕਹਿ ਦਿੱਤਾ, ਕਿਸੇ ਨੇ 3 ਰੂਪ, ਕਿਸੇ ਨੇ 2 ਰੂਪ, ਕਈ ਤਰ੍ਹਾਂ ਦੇ ਰੂਪ ਦੱਸੇ। ਪਰ ਗੁਰਮਤਿ ਦੇ ਨਜ਼ਰੀਏ ਅਨੁਸਾਰ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਸਭ ਕੁਝ ਇੱਕ ਹੀ ਹੈ। ਕਾਦਰ ਤੇ ਕੁਦਰਤ ਇੱਕ ਹੈ। ਜਿਵੇਂ ਸੋਨਾ ਤੇ ਗਹਿਣੇ ਇੱਕ ਹੈ, ਦਿਖਦੇ ਭਾਵੇਂ ਵੱਖਰੇ ਵੱਖਰੇ ਨੇ ਲੇਕਿਨ ਉਸੇ ਸੋਨੇ ਦੇ ਗਹਿਣੇ ਬਣਦੇ ਆ। ਸਾਗਰ ਤੇ ਲਹਿਰਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਹੀ ਬੀਜ ਤੇ ਦਰਖਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਹੀ ਕਾਦਰ ਤੇ ਕੁਦਰਤ ਦੋ ਨਹੀਂ ਆ, ਉਹ ਇੱਕ ਹੀ ਹੈ, ਇੱਕੋ ਹੀ ਹੈ। ਇਸ ਕੁਦਰਤ ਤੋਂ ਇਲਾਵਾ ਜਿਹੜਾ ਕਾਦਰ ਦੇ ਵਿੱਚ ਵਸਦਾ, ਐਨਰਜੀ ਦੇ ਰੂਪ ਵਿੱਚ, ਪਾਵਰ ਦੇ ਰੂਪ ਵਿੱਚ ਜਾਂ ਨਿਯਮਾਂ ਦੇ ਰੂਪ ਵਿੱਚ, ਉਹ ਨਿਯਮਾਂ ਤੋਂ ਵੱਖਰਾ ਕੋਈ ਹੋਰ ਰੱਬ, ਇਸ ਐਨਰਜੀ ਪਾਵਰ ਤੋਂ ਵੱਖਰਾ ਕੋਈ ਹੋਰ ਰੱਬ ਨਹੀਂ ਹੈ, ਬਲਕਿ ਇਸ ਕੁਦਰਤ ਦੇ ਵਿੱਚ ਹੀ ਸਮਾਇਆ, ਜਿਹਨੂੰ ਕਿਹਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਸਭ ਮੈਂ ਜੋ ਜੋਤ ਹੈ ਸੋਏ, ਤਿਸ ਦਾ ਚਰਨ ਸਭ ਮੈਂ ਚਰਨ ਹੋਏ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਨਾ ਕੋ ਬੋਲੇ। ਅਸੀਂ ਉਸ ਨੂੰ ਰੱਬ ਕਹਿ ਲਈਏ, ਪਾਵਰ ਕਹਿ ਲਈਏ, ਐਨਰਜੀ ਕਹਿ ਲਈਏ, ਵਾਹਿਗੁਰੂ ਕਹੀਏ, ਅੱਲਾ ਕਹੀਏ, ਗੋਡ ਕਹੀਏ, ਕੁਛ ਵੀ ਸ਼ਬਦ ਵਰਤੀਏ, ਲੇਕਿਨ ਸਮਝਣਾ ਕੀ ਹੈਗਾ? ਇੱਕ ਓੰਕਾਰ ਕਹਿ ਦਈਏ ਚਾਹੇ ਇੱਕੋ ਕਹਿ ਦਈਏ, ਸਮਝਣਾ ਇਹ ਹੈ ਕਿ ਉਹੀ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ। ਇਹਦੇ ਤੋਂ ਵੱਖ ਦੂਜੇ ਹੋਰ ਨੂੰ ਨਹੀਂ ਮੰਨਣਾ, ਹੋਰ ਨੂੰ ਨਹੀਂ ਪੂਜਣਾ, ਹੋਰ ਨੂੰ ਨਹੀਂ ਧਿਆਉਣਾ, ਬਲਕਿ ਇੱਕੋ ਨੂੰ ਪੂਜਣਾ ਨਹੀਂ, ਇਸ ਇੱਕੋ ਨੂੰ ਸਮਝਣਾ। ਇਹਨੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਨੂੰ ਉਹਨਾਂ ਨਿਯਮਾਂ ਮੁਤਾਬਕ, ਉਹਨਾਂ ਦੇ ਮੁਤਾਬਕ ਚਲਾਉਣ ਦਾ ਯਤਨ ਕਰਨਾ ਹੈ। ਸੱਤ ਉਹ ਸਦੀਵੀ ਹੈ, ਕਦੇ ਮਿਟਦਾ ਨਹੀਂ। ਨਾਮ ਹੋਂਦ ਵਾਲਾ ਹੈ, ਹੋਂਦ ਹੈ, ਹਸਤੀ ਹੈ ਉਸਦੀ। ਕਰਤਾ ਸਾਰਾ ਕੁਝ ਉਹ ਆਪ ਹੀ ਕਰਦਾ, ਉਹ ਨਿਯਮਾਂ ਦੇ ਤਹਿਤ ਸਾਰਾ ਕੁਝ ਕਰ ਰਿਹਾ ਹੈ। ਉਹ ਕੀ ਹੈ? ਉਹ ਨਿਯਮ ਹੀ ਹੈ, ਪਾਵਰ ਹੈ, ਐਨਰਜੀ ਹੈ। ਪੁਰਖ ਸਾਰਿਆਂ ਦੇ ਵਿੱਚ ਹਰ ਥਾਂ ਤੇ ਮੌਜੂਦ ਹੈ, ਪਰਿਪੂਰਨ ਹੈ। ਨਿਯਮ ਹਰ ਥਾਂ ਤੇ ਹੈ, ਪਾਵਰ ਹਰ ਥਾਂ ਤੇ, ਐਨਰਜੀ ਹਰ ਥਾਂ ਤੇ ਹੈ। ਗੁਰ ਪ੍ਰਸਾਦ, ਉਹ ਗੁਰ ਯਾਨੀ ਗਿਆਨ, ਪ੍ਰਸਾਦ ਗਿਆਨ ਦੀ ਕਿਰਪਾ, ਗਿਆਨ ਦੀ ਕਿਰਪਾ ਦੇ ਨਾਲ ਉਹਦੀ ਗੱਲ ਸਾਰੀ ਸਾਨੂੰ ਸਮਝ ਆਉਣੀ ਹੈ। ਗਿਆਨ ਲੈ ਕੇ ਹੀ ਸਾਨੂੰ ਇਸ ਗੱਲ ਦਾ ਪਤਾ ਲੱਗਣਾ ਹੈ। ਗੌੜੀ ਗੁਆਰੇਰੀ, ਗੁਆਰੇਰੀ ਅੱਗੇ ਗੌੜੀ ਰਾਗ ਦਾ ਪ੍ਰਕਾਰ ਹੈ। ਬਹੁਤ ਸਾਰੇ ਗੌੜੀ ਰਾਗ ਦੇ ਵਿੱਚ ਗੌੜੀ ਚੇਤੀ, ਗੌੜੀ ਦੱਖਣੀ, ਇੱਦਾਂ ਰਾਗਾਂ ਦੇ ਵਿੱਚ ਇੱਕ ਪ੍ਰਕਾਰ ਹੈ, ਗਾਇਨ ਸ਼ੈਲੀ ਨਾਲ ਸੰਬੰਧਿਤ ਹੈ। ਸ਼੍ਰੀ ਕਬੀਰ ਜੀਓ ਕੇ ਚੌਪਦੇ, ਕਬੀਰ ਜੀ ਦੇ ਇਹ ਚੌਪਦੇ 4 ਪਦਿਆਂ ਵਾਲੇ ਸ਼ਬਦ ਅੱਗੇ ਲਿਖਿਆ ਹੋਇਆ 14, ਏਕਾ ਤੇ ਚੌਕਾ ਲਿਖਿਆ 14। ਹੁਣ ਬਹੁਤ ਸਾਰੇ ਇਹਨੂੰ ਉਚਾਰਦੇ ਹੈ ਕਿ ਸ਼੍ਰੀ ਕਬੀਰ ਜੀਓ ਕੇ ਚੌਪਦੇ 14, ਤੇ ਕੁਛ ਹੈ ਜਿਹੜੇ ਨਹੀਂ ਉਚਾਰਨ ਕਰਦੇ, ਸਿੱਧਾ ਪੜ੍ਹਦੇ ਇੱਕ ਸ਼੍ਰੀ ਕਬੀਰ ਜੀਓ ਕੇ ਚੌਪਦੇ, ਅੱਗੇ ਸ਼ਬਦ ਪੜ੍ਹਨਾ ਸ਼ੁਰੂ ਕਰਦੇ ਆ। ਇੱਥੇ ਗੱਲ ਕੋਈ ਬਹਿਸ ਦੀ ਨਹੀਂ। ਜੇ ਕੋਈ ਪੜ੍ਹਨਾ ਚਾਹਵੇ ਤਾਂ 14 ਪੜ੍ਹ ਦੇਵੇ ਤਾਂ ਵੀ ਕੋਈ ਹਰਜ਼ ਨਹੀਂ, ਜੇ ਨਾ ਕੋਈ ਪੜ੍ਹੇ ਤਾਂ ਵੀ ਕੋਈ ਗੱਲ ਨਹੀਂ, ਕੋਈ ਬਹਿਸਣ ਦੀ ਲੋੜ ਨਹੀਂ। ਜਿੱਥੇ ਜਿਵੇਂ ਦੀ ਮਰਿਆਦਾ ਹੋਵੇ ਉੱਦਾਂ ਦਾ ਇਹਨੂੰ ਪੜ੍ਹ ਲੈਣਾ ਚਾਹੀਦਾ, ਕਿਉਂਕਿ ਪੜ੍ਹਨ ਦੇ ਵਿੱਚ ਵੀ ਕੋਈ ਹਰਜ਼ ਨਹੀਂ ਹੈ ਅਤੇ ਨਾ ਪੜ੍ਹਨ ਦੇ ਵਿੱਚ ਵੀ। ਖੈਰ, ਕਿਉਂਕਿ ਨਿੱਕੀ ਨਿੱਕੀ ਬਹਿਸ ਕਰਾਂਗੇ ਤਾਂ ਸਾਨੂੰ ਬੈਨੀਫਿਟ ਨਹੀਂ ਮਿਲਣ ਵਾਲਾ। ਅਸੀਂ ਅੱਗੇ ਸ਼ਬਦ ਨੂੰ ਸਮਝਣ ਦਾ ਯਤਨ ਕਰਨਾ ਹੈ। ਮਰਿਆਦਾ ਵਿੱਚ ਪੈਣ ਦੇ ਥਾਂ ਤੇ ਅਸਲ ਵਿੱਚ ਸ਼ਬਦ ਦੀ ਗਹਿਰਾਈ ਨੂੰ, ਸ਼ਬਦ ਦਾ ਭਾਵ ਨੂੰ ਸਮਝਣ ਦਾ ਯਤਨ ਕਰੀਏ। ਅਬ ਮੋਹਿ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਰਹਾਉ, ਰਹਾਉ ਦਾ ਬੰਦ ਹੈ। ਇੱਥੋਂ ਆਪਾਂ ਇੱਕ ਸਮਝਣ ਦਾ ਯਤਨ ਕਰੀਏ ਕਬੀਰ ਜੀ ਕਿਹੜੇ ਵੇਲਿਆਂ ਦੀ, ਕਦੋਂ ਦੀ ਗੱਲ ਕਰ ਰਹੇ ਆ। ਬਹੁਤ ਸਾਰੇ ਲੋਕ ਐਸੇ ਸੀ ਜਿਹੜੇ ਕਹਿੰਦੇ ਸੀ ਸੰਸਾਰ ਜਿਹੜਾ ਹੈ, ਜਿਹੜਾ ਪਰਿਵਾਰ ਹੈ, ਸੰਸਾਰ ਹੈ, ਇਹ ਹੈਗਾ ਇੱਕ ਭਵ ਸਾਗਰ ਜਿਹਦੇ ਵਿੱਚ ਬਹੁਤ ਸਾਰੀ ਅੱਗ ਹੀ ਅੱਗ ਹੈ। ਇੱਥੇ ਸ਼ਾਂਤੀ ਨਹੀਂ ਹੈ, ਇੱਥੇ ਮਨ ਦਾ ਠਹਿਰਾਓ ਨਹੀਂ ਹੈ, ਇੱਥੇ ਮਨ ਟਿਕਦਾ ਨਹੀਂ ਹੈ। ਇਸ ਕਰਕੇ ਉਹ ਲੋਕ ਕੀ ਕਰਦੇ ਸੀ, ਛੱਡ ਕੇ ਘਰ-ਬਾਰ, ਪਰਿਵਾਰ, ਰਾਜ ਭਾਗ ਸਾਰਾ ਕੁਝ ਛੱਡ ਕੇ ਰੱਬ ਨੂੰ ਪਾਉਣ ਲਈ ਜਾਂ ਦਿਲ ਦੀ ਸ਼ਾਂਤੀ ਦੇ ਲਈ, ਮਨ ਦੀ ਸ਼ਾਂਤੀ ਦੇ ਲਈ, ਸ਼ਾਂਤੀ ਪਾਉਣ ਵਾਸਤੇ ਉਹ ਘਰ ਪਰਿਵਾਰ ਸਾਰਾ ਕੁਝ ਛੱਡ ਕੇ ਜੰਗਲ ਆਦਿਕ ਦੇ ਵਿੱਚ ਚਲੇ ਜਾਂਦੇ ਸੀ। ਕਹਿੰਦੇ ਇੱਕ ਥਾਂ ਤੇ ਬੈਠ ਕੇ ਜਾ ਕੇ ਕਿਤੇ ਸ਼ਾਂਤੀ ਦੇ ਵਿੱਚ ਭਜਨ ਬੰਦਗੀ ਕਰਾਂਗੇ, ਕਿਤੇ ਸਮਾਧੀ ਲਾਵਾਂਗੇ, ਕਿਤੇ ਚਿੱਤ ਨੂੰ ਜੋੜਾਂਗੇ, ਆਪਣਾ ਜਿਹੜਾ ਦਿਮਾਗ ਹੈ ਉਹਨੂੰ ਸੁੰਨ ਅਵਸਥਾ ਵਿੱਚ ਲੈ ਕੇ ਜਾਵਾਂਗੇ। ਯਾਨੀ ਅੱਗੇ ਜੋਗ ਮਤ ਜਾਂ ਜਿਹੜੇ ਬਹੁਤ ਥਾਂ ਤੇ ਬਨਵਾਸੀ ਹੋ ਜਾਂਦੇ ਸੀ, ਛੱਡ ਕੇ ਚਲੇ ਜਾਂਦੇ ਸੀ, ਉਹਨਾਂ ਦੀ ਗੱਲ ਕਬੀਰ ਜੀ ਕਰਦੇ ਆ ਕਿ ਉਹ ਜਾਂਦੇ ਕਿਸ ਲਈ ਹੈ, ਤਾਂ ਕਿ ਇੱਥੇ ਅਸ਼ਾਂਤੀ ਫੈਲੀ ਹੈ। ਪਰਿਵਾਰ, ਇਸਤਰੀ, ਬੱਚੇ, ਸਾਰਾ ਕੁਝ ਇਹ ਜੰਗਲ ਹੈ, ਇਹ ਸਾਡੇ ਪੈਰਾਂ ਵਿੱਚ ਪਏ ਹੋਏ ਸੰਗਲ ਹੈ, ਬੇੜੀਆਂ, ਇਹਨਾਂ ਨੂੰ ਕੱਟ ਕੇ ਸੁੱਟ ਦਿਓ ਤੇ ਚਲੇ ਜਾਓ, ਤਾਂ ਕਿ ਮਨ ਦੀ ਸ਼ਾਂਤੀ ਆ ਜਾਏ, ਪ੍ਰਮਾਤਮਾ ਮਿਲ ਜਾਏ, ਪ੍ਰਭੂ ਮਿਲ ਜਾਏ, ਮਨ ਠਹਿਰ ਜਾਏ। ਕਬੀਰ ਜੀ ਕਹਿਣ ਲੱਗੇ ਕਿ ਅਬ ਮੋਹਿ ਜਲਤ ਰਾਮ ਜਲ ਪਾਇਆ,
ਰਾਮ ਉਦਕ ਤਨ ਜਲਤ ਬੁਝਾਇਆ ਰਹਾਓ। ਕਹਿਣ ਲੱਗੇ ਜੇ ਤੁਸੀਂ ਮੰਨਦੇ ਹੋ ਕਿ ਇੱਥੇ ਸਾਰਾ ਜਿਹੜਾ ਅੱਗ ਹੀ ਅੱਗ ਹੈ, ਇਹ ਭਵ ਸਾਗਰ ਹੈ, ਇੱਥੇ ਈਰਖਾ ਦਵੈਸ਼ ਚੁਗਲੀ ਨਿੰਦਿਆ ਹਰ ਚੀਜ਼ ਦੀ ਅੱਗ ਹੈ, ਪਰ ਕਹਿਣ ਲੱਗੇ ਅਬ ਮੋਹਿ, ਕਹਿੰਦੇ ਮਿਲਣ ਲੱਗੇ ਹੁਣ ਭਟਕਦੇ ਭਟਕਦੇ ਨੂੰ ਮੈਨੂੰ ਹੁਣ ਰਾਮ ਵਾਲਾ ਜਲ ਮਿਲ ਗਿਆ ਹੈ। ਹੁਣ ਇੱਥੇ ਸਮਝਣਾ ਪੈਣਾ ਸਾਨੂੰ ਹਰ ਗੱਲ ਨੂੰ, ਗੁਰਬਾਣੀ ਦੇ ਸ਼ਬਦੀ ਅਰਥਾਂ ਨੂੰ ਦੇ ਕੇ ਕਿਤੇ ਵੀ ਚੱਲਾਂਗੇ ਤਾਂ ਅਸੀਂ ਨੁਕਤੇ ਤੱਕ ਨਹੀਂ ਪਹੁੰਚ ਸਕਦੇ। ਹੁਣ ਇੱਥੇ ਆਇਆ ਰਾਮ ਜਲ, ਇੱਦਾਂ ਗੁਰਬਾਣੀ ਵਿੱਚ ਬਹੁਤ ਜਗ੍ਹਾ ਤੇ ਅੰਮ੍ਰਿਤ ਸ਼ਬਦ ਆਉਂਦਾ ਹੈ ਜਾਂ ਅੰਮ੍ਰਿਤ ਵਰਤਿਆ ਜਾਂਦਾ ਹੈ, ਅੰਮ੍ਰਿਤ ਦੀ ਗੱਲ ਕਹੀ ਜਾਂਦੀ ਹੈ, ਤਾਂ ਸਰੋਵਰ ਦੇ ਪਾਣੀ ਨੂੰ ਵੀ ਅੰਮ੍ਰਿਤ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਇਹਨੂੰ ਪੀਣ ਨਾਲ ਰੋਗ ਠੀਕ ਹੁੰਦੇ ਆ, ਦਵਾਈਆਂ ਦੀ ਲੋੜ ਨਹੀਂ ਹੈ, ਇਹਨੂੰ ਪੀਣ ਨਾਲ ਅਮਰ ਹੋ ਜਾਈਦਾ। ਉਹ ਜਿਹੜੀਆਂ ਸਾਰੀਆਂ ਗੱਲਾਂ ਉੱਥੋਂ ਹੀ ਐਵੇਂ ਹੀ ਹੈ ਜਿਵੇਂ ਕੋਈ ਰੱਬ ਨੇ ਇੱਥੇ ਪਾਣੀ ਦਿੱਤਾ ਹੋਵੇ। ਇੱਦਾਂ ਦੇ ਪਾਣੀ ਦੀ ਗੱਲ ਜਿਹੜਾ ਆਪਾਂ ਬਾਹਰ ਪੀਣ ਲਈ ਵਰਤਦੇ ਹਾਂ, ਨਹਾਉਣ ਲਈ ਵਰਤਦੇ ਹਾਂ, ਉਹ ਪਾਣੀ ਉਹ ਜਲ ਦੀ ਗੱਲ ਨਹੀਂ ਹੈ। ਇੱਥੇ ਸਿਰਫ ਇੱਕ ਉਹਨੂੰ ਅਲੰਕਾਰ ਜਾਂ ਭਾਵ ਅਰਥ ਵਿੱਚ ਲੈਣਾ ਪਵੇਗਾ, ਕਿਉਂਕਿ ਸਾਨੂੰ ਸਮਝ ਆਉਣੀ ਹੈ ਕਿ ਇੱਥੇ ਜਲ ਕਿਹੜੇ ਦੀ ਹੋ ਰਹੀ ਹੈ। ਇੱਥੇ ਜਲ ਆ ਰਹੀ ਹੈ ਜੀ ਗੱਲ ਸਮਝ ਦੀ, ਗਿਆਨ ਦੀ, ਅਕਲ ਦੀ। ਕਬੀਰ ਜੀ ਕਹਿਣ ਲੱਗੇ ਅਬ ਮੋਹਿ, ਕਹਿਣ ਲੱਗੇ ਮੈਂ ਭਟਕ ਰਿਹਾ ਸੀ, ਭਟਕਦੇ ਨੂੰ ਭਟਕਣ ਦੇ ਵਿੱਚ ਮੇਰੇ ਅੰਦਰ ਅਸ਼ਾਂਤੀ ਸੀ, ਸ਼ਾਂਤੀ ਨਹੀਂ ਸੀ। ਪਰ ਹੁਣ ਜਦੋਂ ਮੈਨੂੰ ਸਮਝ ਆ ਗਈ ਹੈ, ਜਦੋਂ ਮੈਨੂੰ ਗਿਆਨ ਆ ਗਿਆ, ਜਦੋਂ ਮੈਨੂੰ ਅਕਲ ਆ ਗਈ, ਜਦੋਂ ਮੈਨੂੰ ਸੋਝੀ ਆ ਗਈ ਆ, ਸਮਝ ਆ ਗਈ ਆ। ਪਹਿਲਾਂ ਅਸ਼ਾਂਤੀ ਕਿਉਂ ਸੀ? ਅਸ਼ਾਂਤੀ ਇਸ ਲਈ ਸੀ ਕਿਉਂਕਿ ਸਾਰੇ ਪਾਸੇ ਪੰਡਤਾਂ ਆਦਿਕ ਨੇ, ਜੋਗੀਆਂ ਆਦਿਕ ਨੇ ਰੌਲਾ ਇਹ ਪਾਇਆ ਹੋਇਆ ਸੀ ਇਹ ਸੰਸਾਰ ਦੁੱਖਾਂ ਦਾ ਘਰ ਹੈ, ਸੰਸਾਰ ਅਸ਼ਾਂਤੀ ਦਾ ਘਰ ਹੈ, ਇੱਥੇ ਸ਼ਾਂਤੀ ਨਹੀਂ ਹੈ, ਇਹ ਪਰਿਵਾਰ ਸੰਗਲ ਨੇ, ਬੇੜੀਆਂ ਨੇ, ਰਾਜ ਭਾਗ ਸਭ ਕੁਝ ਛੱਡ ਕੇ ਚਲੇ ਜਾਓ। ਪਰ ਕਹਿਣ ਲੱਗੇ ਸਾਰੇ ਇਸ ਕਰਕੇ ਮਨ ਵਿੱਚ ਹੋਰ ਅਸ਼ਾਂਤੀ ਰਹਿੰਦੀ ਸੀ, ਮਨ ਵਿੱਚ ਹੋਰ ਭਟਕਣ ਰਹਿੰਦੀ ਸੀ ਵੀ ਕਦੋਂ ਇਹਨੂੰ ਛੱਡ ਕੇ ਜਾਈਏ। ਪਰ ਕਹਿਣ ਲੱਗੇ ਹੁਣ ਸਮਝ ਆ ਗਈ ਹੈ ਕਿ ਅਸਲ ਭਾਈ ਬੇੜੀਆਂ ਇਹ ਨਹੀਂ ਹੈਗੀਆਂ, ਮੈਨੂੰ ਪਤਾ ਲੱਗ ਗਿਆ ਕਿ ਅਸਲ ਵਿੱਚ ਸਾਰਾ ਤਾਣਾ ਬਾਣਾ ਬੰਦੇ ਦੇ ਦਿਮਾਗ ਵਿੱਚ ਹੀ ਬਣਿਆ ਹੋਇਆ। ਬੰਦੇ ਨੇ ਆਪਣੇ ਦਿਮਾਗ ਨਾਲ ਹੀ ਸੰਸਾਰ ਨੂੰ ਨਰਕ ਬਣਾ ਲੈਣਾ, ਬੰਦੇ ਨੇ ਆਪਣੇ ਦਿਮਾਗ ਨਾਲ ਹੀ ਸੰਸਾਰ ਨੂੰ ਸਵਰਗ ਬਣਾ ਲੈਣਾ। ਜਦੋਂ ਬੰਦਾ ਗਿਆਨ ਤੋਂ ਹੀਣਾ ਹੁੰਦਾ ਹੈ, ਉਹਦੀ ਜ਼ਿੰਦਗੀ ਨਰਕ ਵਿੱਚ ਜਿਵੇਂ ਬਤੀਤ ਕਰਦਾ ਹੈ, ਤੇ ਜਦੋਂ ਉਹ ਗਿਆਨਵਾਨ ਹੋ ਕੇ ਸਮਝਦਾਰ ਹੋ ਕੇ ਜ਼ਿੰਦਗੀ ਜਿਉਂਦਾ ਹੈ ਤਾਂ ਉਹਦੀ ਜ਼ਿੰਦਗੀ, ਉਹਦਾ ਹਰ ਇੱਕ ਦੁੱਖ ਵੀ ਉਹਦੇ ਲਈ ਸਵਰਗ ਬਣ ਜਾਂਦਾ। ਇਸ ਲਈ ਗੁਰੂ ਸਾਹਿਬ ਨੇ ਸ਼ਬਦ ਵੀ ਵਰਤਿਆ, ਦੁੱਖ ਦਾਰੂ ਸੁਖ ਰੋਗ ਭਇਆ। ਜਿਹੜਾ ਬੰਦਾ ਗਿਆਨ ਵਾਲਾ ਸਮਝ ਵਾਲਾ ਹੁੰਦਾ ਉਹਦੇ ਲਈ ਦੁੱਖ ਵੀ ਦਾਰੂ ਬਣ ਜਾਂਦਾ। ਵਪਾਰ ਵਿੱਚ, ਕਿਸੇ ਕੰਮਕਾਰ ਵਿੱਚ ਪਿਆ ਹੋਇਆ ਘਾਟਾ ਵੀ ਉਹਦੀ ਜ਼ਿੰਦਗੀ ਦਾ ਅਨੁਭਵ ਬਣਦਾ ਹੈ, ਉਹਨੂੰ ਕੁਝ ਉਹਦੇ ਵਿੱਚੋਂ ਸਿੱਖਣ ਨੂੰ ਮਿਲਦਾ ਹੈ, ਉਹਨੂੰ ਪੋਜ਼ਿਟਿਵ ਲੈ ਕੇ ਜਾਂਦਾ ਹੈ ਕਿ ਨੁਕਸਾਨ ਹੋ ਗਿਆ, ਇਹ ਹੋਣਾ ਸੀ ਪਰ ਨੁਕਸਾਨ ਤੇ ਜੋ ਹੋ ਗਿਆ ਪਰ ਮੈਨੂੰ ਇਹਦੇ ਵਿੱਚੋਂ ਸਿੱਖਣ ਨੂੰ ਬਹੁਤ ਕੁਝ ਮਿਲ ਗਿਆ, ਮੈਂ ਗਲਤੀ ਕੀ ਕੀਤੀ ਸੀ ਮੈਨੂੰ ਉਹਦਾ ਪਤਾ ਲੱਗ ਗਿਆ। ਇਸ ਲਈ ਹਰ ਕਿਤੇ ਜਦੋਂ ਕਿਤੇ ਬੰਦੇ ਦੇ ਇਹ ਲੱਗਦਾ ਹੈ ਕਿ ਇੱਥੇ ਮੇਰਾ ਨੁਕਸਾਨ ਹੋ ਰਿਹਾ ਹੈ, ਉੱਥੇ ਉਹਨੂੰ ਪੋਜ਼ਿਟਿਵ ਹੋ ਕਰਕੇ ਉਹਦੇ ਵਿੱਚੋਂ ਸਮਝਦਾ ਹੈ, ਅਕਲ ਲੈਂਦਾ ਹੈ। ਇਸ ਤਰ੍ਹਾਂ ਜਿਹੜਾ ਬੰਦਾ ਜ਼ਿੰਦਗੀ ਗਿਆਨ ਦੇ ਨਾਲ ਬਤੀਤ ਕਰਦਾ ਹੈ, ਉਹਦਾ ਮਨ ਠਹਿਰਾਅ ਦੇ ਵਿੱਚ ਆ ਜਾਂਦਾ ਹੈ, ਉਹਦੇ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ। ਕਬੀਰ ਜੀ ਕਹਿਣ ਲੱਗੇ ਮੈਂ ਭਟਕ ਰਿਹਾ ਸੀ, ਠੀਕ ਹੈ, ਪਰ ਹੁਣ ਮੈਨੂੰ ਗਿਆਨ ਰੂਪੀ ਜਲ ਜਿਹੜਾ ਉਹ ਮਿਲ ਗਿਆ। ਰਾਮ ਉਦਕ, ਰਾਮ ਕੀ ਹੈ? ਰਮਿਆ ਹੋਇਆ ਨਿਯਮਾਂ ਦੇ ਤਹਿਤ। ਉਦਕ, ਉਦਕ ਵੀ ਜਲ ਨੂੰ ਕਹਿੰਦੇ, ਪਾਣੀ ਨੂੰ ਕਹਿੰਦੇ। ਗਿਆਨ ਦਾ ਯਾਨੀ ਰੂਲ ਆਫ ਨੇਚਰ ਦਾ ਜਿਹੜਾ ਗਿਆਨ ਹੈ, ਰਾਮ ਉਦਕ, ਰਾਮ ਕੀ ਹੈ? ਰਮਿਆ ਹੋਇਆ, ਤੇ ਰਮੇ ਹੋਏ ਦੇ ਨਿਯਮਾਂ ਦਾ ਗਿਆਨ ਹੀ ਉਹ ਅੰਮ੍ਰਿਤ ਹੈ ਜਿਹੜਾ ਜ਼ਿੰਦਗੀ ਨੂੰ ਬੜਾ ਸ਼ਾਂਤ ਕਰ ਦਿੰਦਾ ਹੈ। ਤਨ ਜਲਤ ਬੁਝਾਇਆ। ਹੁਣ ਤਨ ਦਾ ਅਰਥ ਸਰੀਰ, ਹੁਣ ਸਰੀਰ ਨਹੀਂ ਹੈ ਇੱਥੇ, ਤਨ ਦਾ ਮਤਲਬ ਵੀ ਸਾਡਾ ਦਿਮਾਗ ਹੈ, ਸਾਡਾ ਮਨ ਹੈ। ਮੇਰਾ ਮਨ, ਮੇਰਾ ਦਿਮਾਗ ਸ਼ਾਂਤ ਹੋ ਗਿਆ ਹੈ, ਜਲਦਾ ਹੋਇਆ ਹੁਣ ਬਿਲਕੁਲ ਸ਼ਾਂਤੀ ਦੇ ਵਿੱਚ ਆ ਗਿਆ ਹੈ। ਰਾਹ ਮਨ ਮਾਰਨ ਕਾਰਨ ਬਨ ਜਾਈਏ। ਕਹਿਣ ਲੱਗੇ ਕਬੀਰ ਜੀ ਕਿ ਭਾਈ ਸੁਣੋ ਸਾਰੇ, ਕਹਿਣ ਲੱਗੇ ਮਨ ਕਾਬੂ ਆ ਜਾਏ ਤਾਂ ਕਰਕੇ ਉਹਨੂੰ ਮਾਰਨ ਦੇ ਵਾਸਤੇ, ਯਾਨੀ ਮਨ ਨੂੰ ਕਾਬੂ ਕੰਟਰੋਲ ਕਰਨ ਵਾਸਤੇ ਲੋਕ ਜਾਂਦੇ ਆ ਬਨ ਦੇ ਵਿੱਚ, ਜੰਗਲ ਦੇ ਵਿੱਚ, ਤਾਂ ਕਿ ਮਨ ਠਹਿਰ ਜਾਏ, ਕਿਤੇ ਮਨ ਕੰਟਰੋਲ ਵਿੱਚ ਆ ਜਾਏ, ਮਨ ਇਕਾਗਰ ਹੋ ਜਾਏ। ਸੋ ਜਲ ਬਿਨ ਭਗਵੰਤ ਨਾ ਪਾਈਏ। ਪਰ ਜਿਹੜੇ ਗਿਆਨ ਦੇ ਨਾਲ ਮਨ ਨੇ ਕਾਬੂ ਵਿੱਚ ਆਉਣਾ, ਉਹ ਭਗਵੰਤ ਯਾਨੀ ਰੂਲ ਆਫ ਨੇਚਰ ਨੂੰ ਸਮਝੇ ਤੋਂ ਬਿਨਾਂ ਨਹੀਂ ਪ੍ਰਾਪਤ ਹੋਣਾ। ਭਗਵੰਤ ਦਾ ਅਰਥ ਹੀ ਰਮਿਆ ਹੋਇਆ। ਇਹ ਰਮੇ ਹੋਏ ਦੀ ਅਕਲ ਤੋਂ ਬਿਨਾਂ, ਸਮਝ ਤੋਂ ਬਿਨਾਂ ਉਹ ਜਲ, ਉਹ ਗਿਆਨ ਸਾਡੇ ਹਿਰਦੇ ਵਿੱਚ ਨਹੀਂ ਟਿਕਣਾ। ਪਹਿਲਾਂ ਇਹਨੂੰ ਸਮਝਣਾ ਪੈਣਾ ਹੈ, ਰੂਲ ਆਫ ਨੇਚਰ ਨੂੰ, ਕੁਦਰਤੀ ਨਿਯਮਾਂ ਨੂੰ,
ਇਹ ਪਾਵਰ એનર્ਜੀ ਨੂੰ ਜਿਵੇਂ ਜਿਵੇਂ ਸਮਝਾਂਗੇ, ਸਮਾਜ ਨੂੰ ਸਮਝਣਾ, ਪਰਿਵਾਰ ਨੂੰ ਸਮਝਣਾ, ਆਪਣੇ ਆਪ ਨੂੰ ਸਮਝਣਾ, ਹਰ ਥਾਂ ਤੇ ਸਮਝ ਕੇ ਹੀ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇਹ ਗਿਆਨ ਸਾਨੂੰ ਆਲੇ ਦੁਆਲਿਓਂ ਹੀ ਮਿਲੇਗਾ। ਜਿਹ ਪਾਵਕ ਸੁਰ ਨਰ ਹੈ ਜਾਰੇ, ਕਹਿਣ ਲੱਗੇ ਜਿਸ ਅੱਗ ਨੇ ਜਿਹ ਪਾਵਕ ਸੁਰ ਨਰ ਹੈ ਜਾਰੇ, ਸੁਰ ਦੇਵਤੇ, ਨਰ ਮਨੁੱਖ, ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਦਿੱਤੇ। ਹੁਣ ਕਿਹੜੀ ਅੱਗ ਨੇ ਸਾੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅੱਗ, ਈਰਖਾ, ਦਵੈਸ਼, ਔਗਣਾ ਦੀ ਜਿਹੜੀ ਅੱਗ ਹੈ, ਭਟਕਣਾ ਜਿਹੜੀ ਹੈ, ਇਹਦੇ 'ਚ ਦੇਵਤੇ ਵੀ ਸੜ ਗਏ, ਇਹ 'ਚ ਬੰਦੇ ਵੀ ਸੜ ਗਏ। ਜਿਹੜੀ ਅੱਗ ਅਗਿਆਨਤਾ ਦੇ ਵਿੱਚ ਪ੍ਰਗਟ ਹੁੰਦੀ ਹੈ, ਜਿਹੜੇ ਔਗਣ ਨੇ ਸਾਡੇ, ਰਾਮ ਉਦਕ ਜਨ ਜਲ ਤੋ ਉਬਾਰੇ, ਉਹ ਸਾਰੇ ਔਗਣ ਕਦੋਂ ਮਿਟਦੇ ਆ? ਜਦੋਂ ਕੁਦਰਤੀ ਨਿਯਮਾਂ ਦਾ ਗਿਆਨ ਸਾਨੂੰ ਹੋ ਜਾਏ। ਜਿਵੇਂ ਜਿਵੇਂ ਕੁਦਰਤੀ ਨਿਯਮਾਂ ਨੂੰ ਸਮਝਦੇ ਜਾਵਾਂਗੇ, ਉਵੇਂ ਉਵੇਂ ਜ਼ਿੰਦਗੀ ਦੇ ਵਿੱਚ ਜਨ ਜਲ ਤੋਂ ਉਬਾਰੇ, ਜਿਹੜੇ ਉਸ ਨੂੰ ਸਮਝਣ ਵਾਲੇ ਜਨ ਲੋਕ ਨੇ, ਰਮੇ ਹੋਏ ਨੂੰ ਸਮਝਣ ਵਾਲੇ ਲੋਕ ਨੇ, ਰਮੇ ਹੋਏ ਪ੍ਰਮਾਤਮਾ ਨੂੰ ਹਰ ਥਾਂ ਤੇ ਵੇਖਣ ਵਾਲੇ। ਹੁਣ ਰਮਿਆ ਹੋਇਆ ਪ੍ਰਮਾਤਮਾ, ਰਮਿਆ ਹੋਇਆ ਨੇਚਰ, ਨਿਯਮ, ਉਹਨੂੰ ਜਿਹੜੇ ਸਮਝਣ ਵਾਲੇ ਆ, ਉਹ ਸੜਦੇ ਹੋਏ ਮਨੁੱਖ ਜਿਹੜੇ ਅੱਗੇ ਅਸ਼ਾਂਤੀ ਸੀ, ਹੁਣ ਉਹ ਠੰਡੇ ਹੋ ਗਏ, ਮਨ ਉਹਨਾਂ ਦਾ ਸ਼ਾਂਤ ਹੋ ਗਿਆ। ਭਵ ਸਾਗਰ ਸੁਖ ਸਾਗਰ ਮਾਹੀ, ਕਹਿਣ ਲੱਗੇ ਜਿਹੜਾ ਭਵ ਸਾਗਰ ਸੀ, ਜਿਹੜਾ ਭਵ ਸਾਗਰ ਕਿਹਾ ਜਾਂਦਾ ਸੀ, ਡਰ ਦਾ ਸਾਗਰ, ਅੱਗ ਦਾ ਸਾਗਰ ਕਿਹਾ ਜਾਂਦਾ ਸੀ। ਤੁਸੀਂ ਕਹਿੰਦੇ ਸੀ ਕਿ ਸੰਸਾਰ ਅੱਗ ਦਾ ਸਾਗਰ ਹੈ, ਪਰਿਵਾਰ ਵੀ ਅੱਗ ਹੈ, ਰਾਜ ਵੀ ਅੱਗ ਹੈ, ਹਰ ਪਾਸੇ ਅੱਗ ਹੀ ਅੱਗ ਹੈ। ਕਹਿਣ ਲੱਗੇ ਇਹ ਮਾਇਆ ਦੀ ਜਿਹੜੀ ਅੱਗ ਲੱਗਦੀ ਸੀ ਨਾ, ਇਹਦੇ ਵਿੱਚ ਹੀ ਉਹਨਾਂ ਨੇ ਹੁਣ ਸੁੱਖਾਂ ਦਾ ਸਾਗਰ ਲੱਭ ਲਿਆ, ਕਿਉਂਕਿ ਸੁੱਖਾਂ ਦਾ ਸਾਗਰ ਹੈ ਗਿਆਨ। ਜਦੋਂ ਗਿਆਨ ਹੈ, ਉਦੋਂ ਜਿਵੇਂ ਇੱਕ ਛੋਟਾ ਜਿਹਾ ਬੱਚਾ ਹੋਵੇ ਤੇ ਉਹਦੇ ਕੋਲੇ ਅਸੀਂ ਅੰਗਿਆਰ ਸਿੱਟ ਦਈਏ, ਕੋਇਲਾ ਜਲਦਾ ਹੋਇਆ ਸਿੱਟ ਦਈਏ, ਤਾਂ ਉਹ ਬੱਚਾ ਜਦੋਂ ਬਿਨਾਂ ਸਮਝ ਤੋਂ ਉਹਨੂੰ ਹੱਥ ਪਾਏਗਾ, ਉਹਨੂੰ ਨਹੀਂ ਪਤਾ ਉਹਦੇ ਹੱਥ ਵਿੱਚ ਇੱਕ ਫੁੱਲ ਦੇ ਦਿਓ ਲਾਲ ਰੰਗ ਦਾ, ਉਹਨੂੰ ਜਦੋਂ ਚੱਕੇਗਾ ਉਹਦੀ ਵੀ ਸੁਗੰਧੀ ਮਾਣੇਗਾ, ਤੇ ਜਦੋਂ ਜਗਦਾ ਹੋਇਆ ਮਗਦਾ ਹੋਇਆ ਕੋਲਾ, ਉਹਨੂੰ ਵੀ ਉਹ ਹੱਥ ਪਾ ਲਏਗਾ, ਕਿਉਂਕਿ ਉਹਨੂੰ ਇਹ ਨਹੀਂ ਪਤਾ ਕਿ ਅੱਗੇ ਫੁੱਲ ਹੋਰ ਸੀ ਤੇ ਕੋਲਾ ਹੋਰ ਆ, ਭਾਵੇਂ ਦੋਵੇਂ ਲਾਲ ਰੰਗ ਦੇ ਹੋਣ। ਸਮਝ ਨਹੀਂ ਹੈ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਜਦੋਂ ਸਮਝ ਤੇ ਗਿਆਨ, ਅਕਲ ਨਹੀਂ ਹੈਗੀ ਆ, ਉਦੋਂ ਸਾਡੇ ਲਈ ਕੋਲੇ ਤੇ ਫੁੱਲ ਦੀ ਸਾਨੂੰ ਸਮਝ ਨਹੀਂ ਆਉਂਦੀ। ਇਸ ਲਈ ਅਸੀਂ ਹਮੇਸ਼ਾ ਹੀ ਸੁੱਖ ਤੇ ਦੁੱਖ ਦੀ ਗੱਲ ਸਮਝਣ ਦੇ ਥਾਂ ਤੇ ਸੁੱਖ ਤੇ ਦੁੱਖ ਨੂੰ ਵੱਡਾ ਪਹਾੜ, ਦੁੱਖਾਂ ਦਾ ਪਹਾੜ ਆਪਣੇ ਸਿਰ ਤੇ ਚੱਲਦੇ ਸੀ। ਪਰ ਹੁਣ ਸਮਝ ਆ ਗਈ ਹੈ। ਹੁਣ ਕਹਿੰਦੇ ਜਿਹੜਾ ਭਵ ਸਾਗਰ ਲੱਗ ਰਿਹਾ ਸੀ, ਜਿਹੜਾ ਅੱਗ ਦਾ ਸਾਗਰ ਲੱਗ ਰਿਹਾ ਸੀ, ਨਹੀਂ, ਉਹ ਤੇ ਬੜੇ ਸੁੱਖਾਂ ਦਾ ਸਾਗਰ ਹੈ। ਬਸ ਉਹਨੂੰ ਸਮਝ ਕੇ ਜ਼ਿੰਦਗੀ ਜਿਉਣ ਦਾ ਢੰਗ ਜਿਨ੍ਹਾਂ ਨੂੰ ਆ ਗਿਆ। ਪੀ ਬਰਹੇ ਜਲ ਨਿਖੁੱਟਤ ਨਹੀਂ, ਕਿਉਂਕਿ ਉਹ ਜਿਹੜੇ ਜਨ ਨੇ, ਜਿਹੜੇ ਸਮਝਣ ਵਾਲੇ ਨੇ, ਜਿਹੜੇ ਨਿਯਮਾਂ ਨੂੰ, ਨੇਚਰ ਉੱਪਰ ਚੱਲਣ ਵਾਲੇ ਨੇ, ਉਹ ਇਸ ਨੂੰ, ਇਹਦੇ ਵਿੱਚੋਂ ਗਿਆਨ ਦਾ ਜਲ ਪੀਂਦੇ ਰਹਿੰਦੇ ਆ। ਨਿਖੁੱਟਤ ਨਹੀਂ, ਤੇ ਗਿਆਨ ਕਦੇ ਮੁੱਕਦਾ ਨਹੀਂ। ਜਿੰਨਾ ਜਿੰਨਾ ਕੁਦਰਤ ਨੂੰ ਸਮਝਦੇ ਜਾਵਾਂਗੇ, ਗਿਆਨ ਹੋਰ ਵੱਧਦਾ ਜਾਣਾ। ਜਿਵੇਂ ਜਿਵੇਂ ਗਿਆਨ ਵਿੱਚ ਵਾਧਾ ਹੋਣਾ, ਗਿਆਨ ਹੋਰ ਵੱਧਦਾ ਜਾਣਾ, ਤੇ ਜਿਵੇਂ ਜਿਵੇਂ ਜ਼ਿੰਦਗੀ 'ਚ ਗਿਆਨ ਆਉਂਦਾ ਜਾਣਾ, ਆਨੰਦ ਆਉਂਦਾ ਜਾਣਾ, ਨਜ਼ਾਰਾ ਆਉਂਦਾ ਜਾਣਾ। ਕਹੇ ਕਬੀਰ ਭਜ ਸਾਰੰਗ ਪਾਣੀ, ਕਬੀਰ ਜੀ ਕਹਿਣ ਲੱਗੇ ਭਾਈ ਭਜ ਯਾਨੀ ਜਪ, ਸਮਝ। ਹੁਣ ਭਜ ਦਾ ਅਰਥ ਭਜਨ ਕਰਨਾ, ਜਪ ਦਾ ਅਰਥ ਜਪਣਾ। ਇੱਦਾਂ ਹੀ ਜਪ ਤੇ ਭਜ ਦਾ ਅਸਲੀ ਅਰਥ ਜਿਹੜਾ ਹੈ ਉਹ ਹੈ ਸਮਝਣਾ। ਸਾਰੰਗ ਪਾਣੀ, ਸਾਰੰਗ ਕਹਿੰਦੇ ਧਨੁੱਖ ਨੂੰ। ਧਨੁੱਖ ਕਿਹਦਾ? ਜਿਹੜਾ ਵਿਸ਼ਨੂੰ ਤੇ। ਹੁਣ ਮੈਂ ਕਿਹਾ ਸੀ ਕਿ ਅਸਲ ਵਿੱਚ ਸਾਨੂੰ ਇਹ ਸਮਝਣਾ ਪੈਣਾ, ਜੇ ਭਾਵ ਅਰਥ ਨਾ ਸਮਝੇ ਤਾਂ ਇੱਥੇ ਸ਼ਿਵਜੀ, ਇੱਥੇ ਜਿਹੜਾ ਵਿਸ਼ਨੂੰ ਦਾ ਧਨੁੱਖ ਉਹ ਬਣ ਜਾਣਾ। ਪਰ ਇੱਥੇ ਉਹ ਵੀ ਇੱਕ ਐਗਜ਼ਾਮਪਲ ਦੇ ਤੌਰ ਤੇ ਲਿਆ ਗਿਆ, ਕਿਉਂਕਿ ਲੋਕ ਉਸ ਵੇਲੇ ਵਿਸ਼ਨੂੰ ਨੂੰ ਰੱਬ ਮੰਨਦੇ ਆ, ਤੇ ਉਹਦਾ ਜਿਹੜਾ ਉਹਦੇ ਹੱਥ ਵਿੱਚ ਫੜਿਆ ਧਨੁੱਸ਼ ਉਹਨੂੰ ਸਾਰੰਗ ਕਹਿੰਦੇ ਆ। ਤੇ ਜਿਹੜੇ ਹੱਥ ਦੇ ਨਾਲ ਧਨੁੱਸ਼ ਫੜਦਾ ਉਸੇ ਨਾਲ ਉਹ ਆਸ਼ੀਰਵਾਦ ਦਿੰਦਾ ਹੈ। ਕਹਿਣ ਲੱਗੇ ਉਹ ਹੱਥ ਜਿਹੜਾ ਹੈ ਸਾਰੰਗ ਪਾਣੀ, ਯਾਨੀ ਉਹ ਸਾਰੰਗ ਪਾਣੀ ਦਾ ਅਰਥ ਵੀ ਇੱਥੇ ਨੇਚਰ ਹੀ ਹੈ, ਜਿਹਦੇ ਵਿੱਚ ਉਹ ਸਾਰੰਗ ਪਾਣੀ ਨੂੰ ਸਿਰਫ ਇੱਕ ਐਗਜ਼ਾਮਪਲ ਵਜੋਂ ਇੱਥੇ ਪਕੜਿਆ ਹੋਇਆ, ਕਿਉਂਕਿ ਲੋਕ ਉਦੋਂ ਸਾਰੰਗ ਪਾਣੀ ਨੂੰ ਹੀ ਭਜਦੇ ਆ। ਕਹਿਣ ਲੱਗੇ ਅਸਲ ਸਾਰੰਗ ਪਾਣੀ ਜਿਹੜਾ ਹਰ ਥਾਂ ਤੇ ਸਮਾਇਆ, ਉਹਨੂੰ ਹਮੇਸ਼ਾ ਸਮਝ, ਉਹਦਾ ਧਿਆਨ ਧਰ। ਰਾਮ ਉਦਕ ਮੇਰੀ ਤਿੱਖਾ ਬੁਝਾਨੀ, ਕਹਿਣ ਲੱਗੇ ਇਸੇ ਤਰ੍ਹਾਂ ਰਾਮ ਰਮੇ ਹੋਏ ਨਿਯਮਾਂ ਦੇ ਗਿਆਨ ਦੇ ਨਾਲ
ਉਸ ਜਲ ਦੇ ਨਾਲ ਮੇਰੀ ਪਿਆਸ ਜਿਹੜੀ ਆ ਉਹ ਮਿਟ ਗਈ ਆ। ਹੁਣ ਮੈਂ ਤੜਫਣ ਦੇ ਵਿੱਚ ਨਹੀਂ ਆ, ਹੁਣ ਮੈਂ ਜਲਦਾ ਨਹੀਂ ਆ, ਹੁਣ ਮੇਰਾ ਮਨ ਸ਼ਾਂਤ ਤੇ ਠੰਡਾ ਸੀਤਲ ਹੋ ਗਿਆ। ਅਸਲ ਵਿੱਚ ਜ਼ਿੰਦਗੀ ਦੇ ਵਿੱਚ ਇਹੀ ਚੀਜ਼ ਕੰਮ ਆਉਣੀ ਹੈ, ਕਿਉਂਕਿ ਇਹ ਹੀ ਨੁਕਤਾ ਹੈ। ਜਿੰਨੀ ਦੇਰ ਆਪਾਂ ਇਹ ਨਾ ਸਮਝਾਂਗੇ ਕਿ ਜਿਹੜੇ ਰੱਬ ਦੀ ਗੱਲ ਕੀਤੀ ਜਾ ਰਹੀ ਹੈ ਉਹ ਰੱਬ ਉਹ ਨਹੀਂ ਹੈ ਜਿਹੜਾ ਇਸ ਦੁਨੀਆ ਤੋਂ ਕਿਤੇ ਵੱਖ ਹੋਵੋ, ਉਹ ਇੱਕੋ ਹੀ ਹੈ। ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਇੱਕ ਹੀ ਹੈ। ਕਾਦਰ ਤੇ ਕੁਦਰਤ ਇੱਕ ਹੈ, ਤੇ ਕਾਦਰ ਕੁਦਰਤ ਦੇ ਵਿੱਚ ਹੀ ਸਮਾਇਆ, ਕੁਦਰਤ ਤੋਂ ਵੱਖ ਕਾਦਰ ਨਹੀਂ ਹੈ। ਇਸ ਲਈ ਕੁਦਰਤ ਨੂੰ ਸਮਝਣਾ, ਕੁਦਰਤ ਦੇ ਅੰਦਰ ਜਿਹੜਾ ਨਿਯਮ ਕੰਮ ਕਰਦੇ ਉਹਨੂੰ ਸਮਝਣਾ, ਯਾਨੀ ਕਾਦਰ ਨੂੰ ਸਮਝਣਾ ਹੈ। ਉਹਨੂੰ ਸਮਝਣਾ ਹੀ ਉਹਨੂੰ ਪਾ ਲੈਣਾ। ਉਹਦੀ ਸਮਝ ਦੇ ਨਾਲ ਹੀ ਸਾਨੂੰ ਗਿਆਨ ਰੂਪੀ ਜਲ ਜਿਹੜਾ ਉਹ ਮਿਲਣਾ, ਜਿਹਦੇ ਨਾਲ ਸਾਡਾ ਮਨ ਜਿਹੜਾ ਉਹ ਸ਼ਾਂਤ ਹੋ ਜਾਣਾ। ਇਹ ਨੁਕਤਾ ਸਾਨੂੰ ਹਰ ਥਾਂ ਤੇ ਲਾਉਣਾ ਪੈਣਾ, ਫਿਰ ਅੱਗੇ ਅਸੀਂ ਇਹਨਾਂ ਸ਼ਬਦਾਂ ਨੂੰ ਸਮਝਣ ਦਾ ਯਤਨ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।